ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਰੱਬੀ ਨੂਰ ਗੁਰਬਾਣੀ ਬਾਰੇ ਵਿਚਾਰ ਕਰਨਾ ਹੈ। ਇਹ ਵਿਚਾਰ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਚੜ੍ਹਦੀ ਕਲਾ ਵਿੱਚੋਂ ਲਏ ਗਏ ਹਨ ਤੇ ਵਕਤਾ ਹਨ ਸੁਖਿੰਦਰਪਾਲ ਸਿੰਘ ਅਲੱਗ, ਸਕੱਤਰ ਜਨਰਲ ਅਲੱਗ ਸ਼ਬਦ ਯੱਗ ਚੈਰੀਟੇਬਲ ਟਰੱਸਟ ਲੁਧਿਆਣਾ। ਟੈਲੀਫੋਨ ਨੰਬਰ 9984000018। ਆਧੁਨਿਕ ਵਿਗਿਆਨਿਕ ਸੋਚ ਤੇ ਖੋਜ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਤੇ ਆਰਾਮਦੇਹ ਬਣਾਉਣ ਲਈ ਬੜੀਆਂ ਹੈਰਾਨ ਕਰਨ ਵਾਲੀਆਂ ਪ੍ਰਾਪਤੀਆਂ ਤੇ ਅਵਿਸ਼ਕਾਰ ਕੀਤੇ ਹਨ। ਇਤਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਪਰਮਾਣੂ ਸ਼ਕਤੀ ਦਾ ਭਰਵਾਂ ਪ੍ਰਯੋਗ ਅਤੇ ਅਣਗਿਣਤ ਬਿਜਲੀ ਘਰ ਮਨੁੱਖੀ ਮਨ ਦਾ ਹਨੇਰਾ ਦੂਰ ਕਰਕੇ ਉਸ ਨੂੰ ਪ੍ਰਕਾਸ਼ਮਾਨ ਕਰਨ ਵਿੱਚ ਅਸਫਲ ਰਹੇ ਹਨ। ਆਤਮਿਕ ਪ੍ਰਕਾਸ਼ ਦਾ ਇਹ ਮਹੱਤਵਪੂਰਨ ਕਾਰਜ ਕੇਵਲ ਤੇ ਕੇਵਲ ਗੁਰਬਾਣੀ ਅਤੇ ਗੁਰੂ ਦੇ ਬਚਨਾਂ ਦੁਆਰਾ ਹੀ ਸੰਭਵ ਹੋ ਸਕਦਾ ਹੈ, ਕਿਉਂਕਿ ਗੁਰਬਾਣੀ ਹੀ ਵਿਸ਼ਵ ਵਿੱਚ ਰੱਬੀ ਨੂਰ ਹੈ। ਇਹ ਨੂਰ ਪਰਮਾਤਮਾ ਦੀ ਕਿਰਪਾ ਦੁਆਰਾ ਹੀ ਮਾਨਵੀ ਮਨ ਵਿੱਚ ਪ੍ਰਵੇਸ਼ ਕਰਦਾ ਹੈ। ਨਾਮ, ਜਿਵੇਂ ਕਿ ਇਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ, ਸਭ ਦੁੱਖਾਂ ਦਾ ਦਾਰੂ ਹੈ ਜਿਨ੍ਹਾਂ ਵਿੱਚ ਅੱਜ ਦਾ ਮਨੁੱਖ ਗਰਸਿਆ ਹੋਇਆ ਹੈ। ਇਸ ਨਾਮ ਨਾਲ ਹੀ ਅੰਦਰ ਪ੍ਰਕਾਸ਼ ਹੁੰਦਾ ਹੈ ਤੇ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ। ਸਰਲ ਅਰਥਾਂ ਵਿੱਚ ਗੁਰਬਾਣੀ ਪਵਿੱਤਰ ਸੂਝ ਹੈ, ਸਿਆਣਪ ਹੈ, ਦਾਨਾਈ ਹੈ, ਸੋਚ ਭੰਡਾਰ ਹੈ। ਇਹ ਤੁਰ ਕੇ ਜਾਂ ਇਵੇਂ ਕਹਿ ਲਵੋ ਕਿ ਇਲਾਹੀ ਸ਼ਬਦ ਹਨ। ਗੁਰੂ ਨਾਨਕ ਦੇਵ ਜੀ ਇਸ ਪਰਥਾਏ ਫਰਮਾਉਂਦੇ ਹਨ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਅਤੇ ਗੁਰੂ ਗੋਬਿੰਦ ਸਿੰਘ ਜੀ ਇਸ ਨੂੰ ਅਕਾਲ ਪੁਰਖ ਦਾ ਨਾਦ ਕਹਿੰਦੇ ਹਨ। ਇਹ ਬਾਣੀ ਕਿਵੇਂ ਪ੍ਰਕਾਸ਼ਮਾਨ ਹੁੰਦੀ ਹੈ ਜਾਂ ਹੋਂਦ ਵਿੱਚ ਆਉਂਦੀ ਹੈ, ਇਹ ਤਾਂ ਸਤਿਗੁਰੂ ਆਪ ਹੀ ਜਾਣਦੇ ਹਨ, ਕਿਉਂਕਿ ਇਹ ਇਲਾਹੀ ਸ਼ਬਦ ਆਪ ਮੁਹਾਰੇ ਸਿੱਧੇ ਅਕਾਲ ਪੁਰਖ ਤੋਂ ਪ੍ਰਗਟ ਹੁੰਦੇ ਹਨ। ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਕਤ ਕਥਨਾਂ ਤੋਂ ਇਹੀ ਪ੍ਰਗਟਾਵਾ ਹੁੰਦਾ ਹੈ। ਇਸੇ ਕਾਰਨ ਕਰਕੇ ਸਾਰੇ ਗੁਰੂ ਸਾਹਿਬਾਨ ਨੇ ਗੁਰਬਾਣੀ ਰਚਣ ਲੱਗਿਆਂ ਆਪਣੇ ਨਿੱਜੀ ਨਾਵਾਂ ਨੂੰ ਨਹੀਂ ਵਰਤਿਆ ਅਤੇ ਕਿਸੇ ਨੂੰ ਇਹ ਖੁੱਲ੍ਹ ਵੀ ਨਹੀਂ ਦਿੱਤੀ ਗਈ ਕਿ ਇਸ ਬਾਣੀ ਵਿੱਚੋਂ ਕਿਸੇ ਸ਼ਬਦ ਨੂੰ ਕਿਸੇ ਵੀ ਰੂਪ ਵਿੱਚ ਬਦਲਿਆ ਜਾ ਸਕੇ। ਸਾਨੂੰ ਪਤਾ ਹੀ ਹੈ ਕਿ ਸੱਤਵੇਂ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਸਕੇ ਪੁੱਤਰ ਰਾਮ ਰਾਏ ਨੂੰ ਇਸ ਕਰਕੇ ਮੂੰਹ ਨਹੀਂ ਲਗਾਇਆ, ਸਗੋਂ ਧਰਮ ਵਿੱਚੋਂ ਛੇਕ ਦਿੱਤਾ, ਕਿਉਂਕਿ ਉਸਨੇ ਵਕਤ ਦੇ ਹਾਕਮ ਨੂੰ ਖੁਸ਼ ਕਰਨ ਲਈ ਇਸ ਪਵਿੱਤਰ ਇਲਾਹੀ ਬਾਣੀ ਵਿੱਚੋਂ ਕੇਵਲ ਇੱਕ ਨਿੱਕੇ ਜਿਹੇ ਸ਼ਬਦ ਮੁਸਲਮਾਨ ਨੂੰ ਬੇਈਮਾਨ ਵਿੱਚ ਬਦਲਣ ਦੇ ਯਤਨ ਕੀਤੇ ਸਨ। ਇਹ ਵੀ ਠੀਕ ਹੈ ਕਿ ਵਿਸ਼ਵ ਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਗੁਰਬਾਣੀ ਦੇ ਅਰਥ ਆਪਣੀ ਆਪਣੀ ਵਿਦਵਤਾ ਅਨੁਸਾਰ ਕਰਨ ਦੇ ਭਰਪੂਰ ਯਤਨ ਕੀਤੇ ਹਨ, ਪਰ ਇਸ ਗੱਲ ਨੂੰ ਉਹ ਖੁਦ ਮੰਨਦੇ ਹਨ ਕਿ ਉਹ ਇਹ ਗੱਲ ਪੂਰੇ ਵਿਸ਼ਵਾਸ ਨਾਲ ਨਹੀਂ ਕਹਿ ਸਕਦੇ ਕਿ ਜੋ ਅਰਥ ਉਹਨਾਂ ਨੇ ਕੀਤੇ ਹਨ ਉਹੀ ਅਰਥਾਂ ਦੀ ਭਾਵਨਾ ਗੁਰੂ ਸਾਹਿਬਾਨ ਜਾਂ ਉਹਨਾਂ ਮਹਾਂਪੁਰਸ਼ਾਂ ਦੀ ਵੀ ਹੋਵੇਗੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸੱਚ ਤਾਂ ਇਹ ਹੈ ਕਿ ਬਾਣੀ ਦੇ ਅਰਥਾਂ ਦੀ ਸੰਪੂਰਨਤਾ ਤੇ ਸਾਰਥਕਤਾ ਉਹੀ ਜਾਣਨ ਜਿਨ੍ਹਾਂ ਨੇ ਇਸ ਬਾਣੀ ਨੂੰ ਕਲਮਬੰਦ ਕੀਤਾ ਹੈ, ਜਾਂ ਉਹ ਕਰਤਾਰ ਹੀ ਜਾਣੇ ਜਿਸ ਦੀ ਅਪਾਰ ਕਿਰਪਾ ਸਦਕਾ ਇਹ ਵਿਦਮਾਨ ਹੋਈ ਹੈ। ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਵੀ ਉਹਨਾਂ ਦੇ ਸ਼ਰਧਾਲੂ ਸਿੱਖਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਕਿਰਪਾ ਕਰਕੇ ਇਸ ਇਲਾਹੀ ਬਾਣੀ ਦਾ
ਪ੍ਰਮਾਣਿਕ ਟੀਕਾ ਵੀ ਬਖਸ਼ਿਸ਼ ਕਰ ਦੇਣ। ਪਰ ਸਤਿਗੁਰਾਂ ਨੇ ਇਹ ਫਰਮਾ ਕੇ ਇਸ ਲੋਚਾ ਨੂੰ ਸ਼ਾਂਤ ਕਰ ਦਿੱਤਾ ਕਿ ਇਲਾਹੀ ਬਾਣੀ ਦੇ ਅਰਥ ਸ਼ਰਧਾਲੂ ਦੀ ਰਸਨਾ 'ਤੇ ਹੋਣਗੇ। ਗੁਰੂ ਸਾਹਿਬ ਦਾ ਇਸ ਤੋਂ ਅਰਥ ਇਹ ਸੀ ਕਿ ਗੁਰਬਾਣੀ ਦੇ ਅਰਥ ਹਰ ਪਾਠਕ ਦੇ ਆਪਣੇ ਆਪਣੇ ਆਤਮਿਕ ਲੈਵਲ ਅਨੁਸਾਰ ਹੋਣਗੇ। ਗੁਰਬਾਣੀ ਆਤਮਿਕ ਆਨੰਦ ਪ੍ਰਦਾਨ ਕਰਨ ਦਾ ਇੱਕ ਸਦੀਵੀ ਸਰੋਤ ਹੈ। ਇਸ ਲਈ ਹਰ ਕੋਈ ਆਪਣੀ ਆਪਣੀ ਸ਼ਰਧਾ ਭਾਵਨਾ ਅਨੁਸਾਰ ਅਤੇ ਆਪਣੀ ਬਿਰਤੀ ਦੀ ਅਵਸਥਾ ਅਨੁਸਾਰ ਇਸ ਤੋਂ ਵੱਖ-ਵੱਖ ਪ੍ਰਕਾਰ ਦੇ ਆਨੰਦਮਈ ਹੁਲਾਰੇ ਅਤੇ ਅਗੰਮੀ ਪ੍ਰਗਾਸ ਦੀਆਂ ਰੰਗੀਨੀਆਂ ਮਾਣ ਸਕਦਾ ਹੈ। ਗੁਰਬਾਣੀ ਪ੍ਰੇਰਨਾ ਪ੍ਰਾਪਤ ਕਰਨ ਅਤੇ ਅਧਿਆਤਮਿਕ ਬਖਸ਼ਿਸ਼ਾਂ ਪਹੁੰਚਣ ਦਾ ਇਲਾਹੀ ਖਜ਼ਾਨਾ ਹੈ। ਵਾਦ ਵਿਵਾਦ ਜਾਂ ਕਿਸੇ ਝਗੜੇ ਦਾ ਵਿਸ਼ਾ ਬਿਲਕੁਲ ਨਹੀਂ। ਇਲਾਹੀ ਬਾਣੀ ਮਨੁੱਖੀ ਮਨ ਦੀ ਸੋਚ ਤੋਂ ਪਰੇ ਦੀ ਗੱਲ ਹੈ ਅਤੇ ਇਸ ਦਾ ਸਵਾਦ ਤਾਂ ਅੰਦਰੋਂ ਹੀ ਅਨੁਭਵ ਹੁੰਦਾ ਹੈ, ਜੋ ਦੱਸਣ ਦੇ ਯਤਨ ਕਰਨ 'ਤੇ ਵੀ ਦੱਸਿਆ ਨਹੀਂ ਜਾ ਸਕਦਾ। ਇਵੇਂ ਹੀ ਜਿਵੇਂ ਗੂੰਗਾ ਵਧੀਆ ਮਠਿਆਈ ਖਾ ਕੇ ਅੰਦਰੋਂ ਅੰਦਰ ਪ੍ਰਸੰਨ ਤਾਂ ਹੁੰਦਾ ਹੈ, ਪਰ ਉਸ ਮਠਿਆਈ ਦਾ ਸਵਾਦ ਦੱਸਣ ਤੋਂ ਆਪਣੇ ਆਪ ਨੂੰ ਆਰੀ ਹੀ ਮਹਿਸੂਸ ਕਰਦਾ ਹੈ। ਗੁਰਬਾਣੀ ਦੀ ਸਪਸ਼ਟਤਾ ਦ੍ਰਿਸ਼ਟਤਾ ਦਾ ਦੂਜਾ ਸਧਾਰਨ ਨਾਂ ਸੱਚ ਹੈ। ਇਸ ਸੱਚ ਨੂੰ ਪਹਿਚਾਣੋ ਜੋ ਹਰ ਲਿਹਾਜ਼ ਨਾਲ ਖੁਦ ਪਰਮਾਤਮਾ ਹੀ ਹੈ ਅਤੇ ਇਹ ਪਰਮਾਤਮਾ ਰੂਪੀ ਸੱਚ ਤੁਹਾਨੂੰ ਸੁਤੰਤਰ ਕਰ ਦੇਵੇਗਾ, ਮੁਕਤੀ ਦੇ ਦੇਵੇਗਾ। ਗੁਰਬਾਣੀ ਸੱਚ ਲਈ ਪੂਰੇ ਜੋਸ਼ ਨਾਲ ਵਕਾਲਤ ਕਰਦੀ ਹੈ ਅਤੇ ਸਾਨੂੰ ਇਹ ਗੱਲ ਪੂਰਨ ਵਿਸ਼ਵਾਸ ਨਾਲ ਮੰਨ ਲੈਣੀ ਚਾਹੀਦੀ ਹੈ ਕਿ ਗੁਰੂਆਂ ਦੇ ਬਚਨ ਸਦੀਵ ਸੱਚ ਹਨ ਅਤੇ ਹਰ ਜ਼ਮਾਨੇ, ਹਰ ਯੁੱਗ, ਹਰ ਦੌਰ ਲਈ ਉਪਯੋਗੀ ਅਤੇ ਸਾਰਥਕ ਹਨ। ਇਹਨਾਂ ਬਚਨਾਂ ਵਿੱਚ ਅਕਾਲ ਉਸਤਤ ਹੈ ਅਤੇ ਉਹ ਵੱਖ-ਵੱਖ ਢੰਗਾਂ ਨਾਲ ਪੇਸ਼ ਕੀਤੀ ਗਈ ਹੈ। ਇਸ ਲਈ ਗੁਰਬਾਣੀ ਦੇ ਸੰਕਲਪਾਂ ਦੀ ਵੁਕਤ, ਉਸ ਦੇ ਪ੍ਰਵਚਨਾਂ ਅਤੇ ਸਿੱਖਿਆਵਾਂ ਦੀ ਕੀਮਤ ਕਦੇ ਵੀ ਨਾ ਤਾਂ ਬਦਲੇਗੀ ਅਤੇ ਨਾ ਹੀ ਘਟੇਗੀ ਜਾਂ ਗੈਰ ਜ਼ਰੂਰੀ ਬਣ ਜਾਏਗੀ। ਇਸ ਲਈ ਹਰ ਮਨੁੱਖ, ਚਾਹੇ ਉਹ ਕਿਸੇ ਜਾਤ ਪਾਤ, ਧਰਮ ਕਰਮ, ਦੇਸ਼ ਦਿਸ਼ਾਂਤਰਾਂ ਅਤੇ ਰਹੁ ਰੀਤੀਆਂ ਨਾਲ ਸੰਬੰਧਿਤ ਹੋਵੇ, ਗੁਰਬਾਣੀ ਸਰਵਣ ਕਰਕੇ, ਕੀਰਤਨ ਕਰਕੇ ਜਾਂ ਸੁਣ ਕੇ ਆਨੰਦ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਇਸ ਵਿੱਚ ਇੱਕੋ ਇੱਕ ਪਰਮਾਤਮਾ ਦੀ ਨਿਰੋਲ ਉਸਤਤ ਅਤੇ ਵਡਿਆਈ ਦਾ ਹੀ ਜ਼ਿਕਰ ਹੈ ਅਤੇ ਇਸ ਨਾਲ ਕਿਸੇ ਪ੍ਰਕਾਰ ਦਾ ਹੋਰ ਲੱਭ ਲਬੇੜ ਨਹੀਂ ਜੁੜਿਆ ਹੋਇਆ। ਇਸ ਨੂੰ ਪੜ੍ਹਨ ਸੁਣਨ ਲਈ ਵੀ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ। ਇਹ ਸਰਬ ਸਾਂਝੀ ਗੁਰਬਾਣੀ ਸਭ ਲਈ ਸਾਂਝੀ ਹੈ ਅਤੇ ਸਮੁੱਚੀ ਇਨਸਾਨੀ ਨਸਲ ਇਸ ਦੀ ਪਸਾਰ ਸੀਮਾ ਵਿੱਚ ਬਖੂਬੀ ਸਮਾ ਸਕਦੀ ਹੈ। ਸਿੱਖ ਸੰਗਤਾਂ ਵਿਸ਼ੇਸ਼ ਤੌਰ 'ਤੇ ਅਤੇ ਆਮ ਮਾਨਵੀ ਸਮਾਜ ਆਮ ਕਰਕੇ ਖੁਸ਼ਕਿਸਮਤ ਹਨ, ਜਿਨ੍ਹਾਂ ਨੂੰ ਇਹ ਤੁਰਕੀ ਬਾਣੀ ਉਪਲਬਧ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ ਕਹਿ ਕੇ ਸਤਿਕਾਰਦੇ ਹਨ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਹ ਸਮੁੱਚੀ ਬਾਣੀ ਆਪਣੇ ਪੂਰਨ ਸ਼ੁੱਧ ਰੂਪ ਵਿੱਚ ਸਾਡੇ ਤੱਕ ਪਹੁੰਚੀ ਹੈ ਅਤੇ ਇਸ ਵਿੱਚ ਕਿਸੇ ਪ੍ਰਕਾਰ ਦਾ ਰੱਲਾ ਜਾਂ ਮਿਲਾਵਟ ਆਦਿ ਰੰਚਿਤ ਮਾਤਰ ਵੀ ਨਹੀਂ ਹੋ ਸਕੀ। ਇਸ ਬਾਣੀ ਵਿੱਚ ਇਹ ਸਮਰੱਥਾ ਹੱਦੋਂ ਵੱਧ ਸਮਾਈ ਹੋਈ ਹੈ ਕਿ ਇਹ ਮਨੁੱਖੀ ਚੇਤਨਾ ਨੂੰ ਪੂਰਨ ਰੂਪ ਵਿੱਚ ਬੇਦਾਰ ਕਰਕੇ ਉਸ ਦੀ ਆਤਮਾ ਨੂੰ ਪਰਮਾਤਮਾ ਵਿੱਚ ਵਿਲੀਨ ਕਰ ਸਕਦੀ ਹੈ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਾਂ ਪੁਰਖ ਕੀ ਨਿਜ ਘਰ ਵਾਸਾ ਹੋਏ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਜੇ ਛਿਨ ਭਰ ਗੁਰਬਾਣੀ ਨੂੰ ਉਚਾਰੀਏ
ਤਾਂ ਗੁਰੂ ਤੱਕ ਪਹੁੰਚ ਹੋ ਜਾਂਦੀ ਹੈ, ਅਤੇ ਜੇ ਸਵਾਸ ਜਪੀਏ ਤਾਂ ਜੰਮ ਨਹੀਂ ਪਹੁੰਚਦਾ, ਤਾਂ ਵਾਹਿਗੁਰੂ ਗਲੇ ਵਿੱਚ ਤੇ ਹਿਰਦੇ ਵਿੱਚ ਹਾਰ ਵਾਂਗਰਾ ਪਰੋਇਆ ਰਹਿੰਦਾ ਹੈ। ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ, ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਇਹ ਪ੍ਰਭੂ ਵਰਸੋਈ ਬਾਣੀ ਮਾਨਵ ਮਨ, ਸਰੀਰ ਤੇ ਆਤਮਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਸਕਦੀ ਹੈ। ਇਹ ਸਾਨੂੰ ਸਮਾਜਿਕ ਪੱਖੋਂ ਹੋਰ ਸਮਰਿੱਧ, ਆਤਮਿਕ ਪੱਖੋਂ ਪੁਰਨੂਰ ਅਤੇ ਮਾਨਸਿਕ ਪੱਖੋਂ ਤੇਜ ਤੇ ਪ੍ਰਚੰਡ ਕਰ ਸਕਣ ਦੀ ਸਮਰੱਥਾ ਰੱਖਦੀ ਹੈ। ਨਿਮਰਤਾ, ਦਇਆ, ਤਰਸ, ਸਿਆਣਪ, ਨਿਡਰਤਾ, ਨਿਸ਼ਕਾਮਤਾ, ਸਬਰ, ਸਿਮਰਨ, ਸੱਚਾਈ, ਤਿਆਗ, ਉਦਮਸ਼ੀਲਤਾ, ਕੁਦਰਤੀਪਨ, ਸਪਸ਼ਟਤਾ ਕੁਝ ਅਜਿਹੇ ਗੁਣ ਹਨ ਜਿਹੜੇ ਗੁਰਬਾਣੀ ਪ੍ਰੇਮੀ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਰੱਬੀ ਨੂਰ ਗੁਰਬਾਣੀ ਬਾਰੇ ਵਿਚਾਰ ਕਰਨਾ ਹੈ। ਇਹ ਵਿਚਾਰ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਚੜ੍ਹਦੀ ਕਲਾ ਵਿੱਚੋਂ ਲਏ ਗਏ ਹਨ।